ਅੱਜ ਦੀ ਇਹ ਘਟਨਾ ਮੁੰਬਈ ਦੇ ਵਿੱਚ ਰਹਿਣ ਵਾਲੀ ਕੁਲਵਿੰਦਰ ਕੌਰ ਦੀ ਹੈ। ਕੁਲਵਿੰਦਰ ਕੌਰ ਇੰਟਰਨੈਸ਼ਨਲ ਹਵਾਈ ਜਹਾਜ਼ ਵਿੱਚ ਹੋਸਟਿਸ ਸੀ। ਕੁਲਵਿੰਦਰ ਕੌਰ ਨੇ ਸਾਡੇ ਨਾਲ ਇਹ ਘਟਨਾ ਸਾਂਝੀ ਕੀਤੀ, ਜਿਸ ਨੂੰ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਕੁਲਵਿੰਦਰ ਕੌਰ ਨੇ ਦੱਸਿਆ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ मैं अपनी पढ़ाई पूरी करके एयर होस्टेस ज्वाइन का टैसट भरिया, जिस च मैं बहुत वधिया नंबर लैके पास भी हो गई। फिर ट्रेनिंग ते बाद छोटी फ्लैट च होस्टिस दी नौकरी की। समा लंघिया, सब कुछ सही चल रहा सी। एक दिन मेरे सर ने मैनू दस्सिया कि तेरी एक वधिया ड्यूटी के कारण ਹੁਣ ਤੋਂ ਤੁਹਾਨੂੰ ਇੰਟਰਨੈਸ਼ਨਲ ਫਲਾਈਟ 'ਚ ਡਿਊਟੀ ਕਰਨ ਦੇ ਲਈ ਭੇਜਿਆ ਜਾਵੇਗਾ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਆਪਣੀ ਪਹਿਲੀ ਇੰਟਰਨੈਸ਼ਨਲ ਟ੍ਰਿਪ ਦੇ ਲਈ ਬਹੁਤ ਉਤਸ਼ਾਹਿਤ ਸੀ। ਆਖਰ ਉਹ ਦਿਨ ਆ ਗਿਆ ਸੀ ਜਿਸ ਦਾ ਮੈਂ ਬੇਸਬਰੀ ਤੋਂ ਇੰਤਜ਼ਾਰ ਕਰ ਰਹੀ ਸੀ। ਮੈਂ ਜਿਸ ਫਲਾਈਟ ਦੇ ਵਿੱਚ ਸੀ ਉਹ ਇੰਡੀਆ ਤੋਂ ਕੈਨੇਡਾ ਦੇ ਲਈ ਜਾਣ ਵਾਲੀ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ। ਉਦੋਂ ਹੀ ਮੈਨੂੰ ਫਸਟ ਕਲਾਸ ਦੇ ਕੈਬਿਨ ਤੋਂ ਰਿੰਗ ਸੁਣਾਈ ਦਿੰਦੀ ਹੈ। ਮੈਂ ਉਸ ਯਾਤਰੀ ਦੇ ਕੋਲ ਗਈ ਜਿਸ ਨੇ ਰਿੰਗ ਵਜਾਈ ਸੀ ਅਤੇ ਪੁੱਛਿਆ ਕਿ ਸਰ, ਮੈਂ ਤੁਹਾਡੀ ਕਿਸ ਪ੍ਰਕਾਰ ਦੀ ਸਹਾਇਤਾ ਕਰ ਸਕਦੀ ਹਾਂ। ਉਹ 35 ਸਾਲ ਦਾ ਬਜ਼ੁਰਗ ਆਦਮੀ ਸੀ। ਉਹ ਵਿਅਕਤੀ ਗੁੱਸੇ ਦੇ ਨਾਲ ਬੋਲਿਆ ਕਿ ਤੈਨੂੰ ਇੱਥੇ ਆਉਣ ਦੇ ਵਿੱਚ ਇੰਨੀ ਦੇਰ ਕਿਉਂ ਲੱਗੀ। ਫਿਰ ਮੈਂ ਕਿਹਾ ਕਿ ਮੈਂ ਪਿੱਛੇ ਵਾਲੇ ਕੈਬਨ 'ਚ ਯਾਤਰੀਆਂ ਨੂੰ ਡਿਨਰ ਦੇ ਰਹੀ ਸੀ ਤੇ ਉਸਨੇ ਕਿਹਾ ਕਿ ਤੁਹਾਡੀ ਸਭ ਤੋਂ ਪਹਿਲਾਂ ਡਿਊਟੀ ਫਸਟ ਕੈਬਨ ਵਾਲਿਆਂ ਦੀ ਸੇਵਾ ਕਰਨੀ ਹੈ, ਨਾ ਕਿ ਪਿਛਲੇ ਬਣਾਏ ਹੋਏ ਕੈਬਨ ਵਾਲਿਆਂ ਦੀ। ਮੈਂ ਉਹਨਾਂ ਨੂੰ ਸੌਰੀ ਕਿਹਾ ਅਤੇ ਮੈਂ ਉੱਥੋਂ ਚਲੀ ਗਈ। ਮੈਂ ਉੱਥੋਂ ਗਈ ਹੀ ਸੀ, ਇੰਨੇ ਨੂੰ ਉਹਨਾਂ ਨੇ ਫੇਰ ਰਿੰਗ ਵਜਾਈ। ਮੈਂ ਉੱਥੇ ਫੇਰ ਗਈ ਤਾਂ ਉਸਨੇ ਮੇਰੇ ਤੋਂ ਪੌਪਕੌਰਨ ਮੰਗੇ ਅਤੇ ਮੈਂ ਲਿਆ ਕੇ ਦੇ ਦਿੱਤੇ। ਜਦੋਂ ਉਹ ਟਰੇ ਦੇ ਵਿੱਚੋਂ ਪੌਪਕੌਰਨ ਚੱਕ ਰਹੇ ਸੀ, ਉਹਨਾਂ ਨੇ ਉੱਥੇ ਸਾਰੇ ਕਿਤੇ ਉਹ ਪੌਪਕੌਰਨ ਖਿੰਡਾ ਦਿੱਤੇ, ਇਹ ਕਹਿ ਕੇ ਕਿ ਇਸ ਦਾ ਸਵਾਦ ਖਰਾਬ ਹੈ। ਮੈਨੂੰ ਉਹਨਾਂ ਦੀ ਗੱਲਾਂ ਦੇ ਉੱਤੇ ਗੁੱਸਾ ਆ ਰਿਹਾ ਸੀ, ਪਰ ਮੈਂ ਕੁਝ ਨਹੀਂ ਕਰ ਸਕਦੀ ਸੀ। ਤੇ ਉਦੋਂ ਵੀ ਉੱਥੇ ਇੱਕ ਦੂਸਰੇ ਕੈਬਨ ਵਾਲੀ ਔਰਤ ਆਈ। ਉਸਨੇ ਮੈਨੂੰ ਕਿਹਾ ਕਿ ਬੇਟਾ, ਮੈਂ ਤੁਹਾਡੇ ਤੋਂ ਕੰਬਲ ਮੰਗਿਆ ਸੀ। ਮੈਨੂੰ ਯਾਦ ਆਇਆ ਕਿ ਇਸ ਦੇ ਚੱਕਰਾਂ 'ਚ ਮੈਂ ਉਸ ਔਰਤ ਨੂੰ ਕੰਬਲ ਦੇਣਾ ਭੁੱਲ ਗਈ। ਮੈਂ ਉਹਨਾਂ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਮੈਂ ਤੁਹਾਨੂੰ ਹੁਣੇ ਕੰਬਲ ਦਿੰਦੀ ਹਾਂ। ਉਹਨਾਂ ਨੇ ਕਿਹਾ ਕਿ ਬੇਟਾ ਕੋਈ ਗੱਲ ਨਹੀਂ, ਜਦੋਂ ਫ੍ਰੀ ਹੋਵੋਗੇ ਉਦੋਂ ਦੇ ਦੇਣਾ। ਉਦੋਂ ਹੀ ਉਹ ਵਿਅਕਤੀ ਬੋਲਿਆ ਕਿ ਇਹ ਦੂਸਰੇ ਕੈਬਨ ਵਾਲੀ ਇੱਥੇ ਕੀ ਕਰ ਰਹੀ ਹੈ, ਇਹਨਾਂ ਨੂੰ ਇੱਥੋਂ ਕੱਢੋ ਅਤੇ ਸਭ ਤੋਂ ਪਹਿਲਾਂ ਇੱਥੋਂ ਪੌਪਕੌਰਨ ਸਾਫ਼ ਕਰਕੇ ਅਤੇ ਬਾਅਦ ਦੇ ਵਿੱਚ ਕੋਈ ਹੋਰ ਕੰਮ ਕਰਨਾ। ਉਹ ਔਰਤ ਇਹ ਸਭ ਕੁਝ ਦੇਖ ਰਹੀ ਸੀ ਅਤੇ ਉਸਨੇ ਉਸ ਵਿਅਕਤੀ ਨੂੰ ਕਿਹਾ ਕਿ ਬੇਟਾ, ਤੈਨੂੰ ਥੋੜੀ ਜਿਹੀ ਗੱਲ ਢੰਗ ਨਾਲ ਕਰਨੀ ਚਾਹੀਦੀ ਹੈ, ਅਤੇ ਉਹ ਉੱਥੋਂ ਚਲੀ ਗਈ। ਸਾਰਾ ਸਫ਼ਰ ਦੇ ਵਿੱਚ ਉਸ ਵਿਅਕਤੀ ਨੇ ਮੈਨੂੰ 1 ਮਿੰਟ ਵੀ ਟਿਕ ਕੇ ਬੈਠਣ ਨਹੀਂ ਦਿੱਤਾ। ਆਖਿਰ ਫਲਾਈਟ ਆਪਣੀ ਮੰਜ਼ਿਲ ਤੇ ਪਹੁੰਚ ਗਈ ਅਤੇ ਮੈਨੂੰ ਵੀ ਥੋੜੀ ਜਿਹੀ ਸ਼ਾਂਤੀ ਮਿਲੀ। ਫਲਾਈਟ ਤੋਂ ਬਾਹਰ ਜਾਂਦੇ ਟਾਈਮ ਮੈਨੇ ਉਸ ਵਿਅਕਤੀ ਨੂੰ ਸਾਡੇ ਨਾਲ ਸਫ਼ਰ ਕਰਨ ਦੇ ਲਈ ਧੰਨਵਾਦ ਕੀਤਾ, ਜੋ ਕਿ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ। ਤੇ ਅੱਗੋਂ ਉਹ ਵਿਅਕਤੀ ਕਹਿਣ ਲੱਗਿਆ ਕਿ ਇਹ ਸਫ਼ਰ ਮੇਰਾ ਸਭ ਤੋਂ ਬੁਰਾ ਹੋਇਆ। ਇਸ 에ਅਰਲਾਈਨ ਦਾ ਮਾਲਿਕ ਮੇਰਾ ਦੋਸਤ ਹੈ। ਮੈਂ ਉਸ ਨੂੰ ਕਹਿ ਕੇ ਤੈਨੂੰ ਨੌਕਰੀ ਤੋਂ ਕਢਵਾ ਦੇਵਾਂਗਾ। ਮੈਨੂੰ ਉਸ ਦੀ ਗੱਲ ਦਾ ਬਹੁਤ ਬੁਰਾ ਲੱਗਿਆ ਅਤੇ ਮੈਂ ਰੋਣ ਲੱਗ ਪਈ। ਮੈਨੂੰ ਰੋਂਦੇ ਹੋਏ ਦੇਖ ਦੂਜੇ ਕੈਬਨ ਵਾਲੀ ਔਰਤ ਨੇ ਮੈਨੂੰ ਦੇਖ ਲਿਆ। ਉਸਨੇ ਸਾਰੀ ਗੱਲ ਸੁਣ ਲਈ ਸੀ। ਉਸਨੇ ਆਪਣਾ ਕਾਰਡ ਦੇ ਕੇ ਮੈਨੂੰ ਕਿਹਾ ਕਿ ਬੇਟਾ ਕੋਈ ਗੱਲ ਨਹੀਂ, ਜੇਕਰ ਤੈਨੂੰ ਕੋਈ ਵੀ ਜ਼ਰੂਰਤ ਹੋਵੇ ਤਾਂ ਮੈਨੂੰ ਫੋਨ ਜ਼ਰੂਰ ਕਰਨਾ। ਕੁਝ ਦੇਰ ਬਾਅਦ ਮੈਨੂੰ ਮੇਰੀ ਨੌਕਰੀ ਤੋਂ ਕੱਢ ਦਿੱਤਾ ਗਿਆ। ਮੈਨੂੰ ਬਹੁਤ ਬੁਰਾ ਲੱਗਿਆ। ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਉਦੋਂ ਹੀ ਮੈਨੂੰ ਉਸ ਔਰਤ ਦਾ ਖਿਆਲ ਆਇਆ ਜਿਸ ਨੇ ਮੈਨੂੰ ਆਪਣਾ ਕਾਰਡ ਦਿੱਤਾ ਸੀ। ਮੈਂ ਉਸ ਕੋਲ ਕਾਲ ਕੀਤੀ ਅਤੇ ਸਾਰੀ ਗੱਲ ਦੱਸੀ। ਉਸਨੇ ਮੈਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਮਿਲਣ ਲਈ ਕਿਹਾ। ਜਦੋਂ ਮੈਂ ਉਸ ਔਰਤ ਨੂੰ ਮਿਲਣ ਗਈ ਤਾਂ ਮੈਂ ਦੇਖਿਆ ਕਿ ਹੈਰਾਨ ਰਹਿ ਗਈ ਕਿ ਉਹ ਇੱਕ ਬਹੁਤ ਵੱਡੀ ਕੰਪਨੀ ਦੀ ਮਾਲਕ ਸੀ, ਜਿਸ ਕੰਪਨੀ ਤੋਂ ਹਜ਼ਾਰਾਂ ਲੋਕ ਕੰਮ ਕਰਦੇ ਸੀ। ਉਸਨੇ ਮੇਰੇ ਬਿਨਾਂ ਇੰਟਰਵਿਊ ਲਿੱਤੇ ਆਪਣੀ ਪਰਸਨਲ ਮੈਨੇਜਰ ਰੱਖ ਲਿਆ।
ਕੁਝ ਦਿਨਾਂ ਬਾਅਦ ਕੰਪਨੀ 'ਚ ਉਹ ਵਿਅਕਤੀ ਆਇਆ ਜਿਸ ਨੇ ਐਰੋਪਲੇਨ 'ਚ ਮੇਰੇ ਨਾਲ ਬੁਰਾ ਵਰਤਾਵ ਕੀਤਾ ਸੀ। ਜਿਸ ਜੋਬ ਦੇ ਲਈ ਉਹ ਇੰਨਾ ਆਕੜ ਰਿਹਾ ਸੀ, ਉਹ ਇਸੇ ਦਫ਼ਤਰ ਦੇ ਵਿੱਚ ਸੀ। ਪਰ ਜਦੋਂ ਉਸਨੇ ਮੈਨੂੰ ਅਤੇ ਉਸ ਔਰਤ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਜਿਸ ਨੌਕਰੀ ਦੇ ਇੰਟਰਵਿਊ ਦੇ ਲਈ ਇੰਨਾ ਆਕੜ ਰਿਹਾ ਸੀ, ਉਹ ਧਰਿਆ ਧਰਾਇਆ ਹੀ ਰਹਿ ਗਿਆ ਅਤੇ ਹੋਰ ਸ਼ਰਮਿੰਦਾ ਹੋ ਕੇ ਉੱਥੋਂ ਚਲਾ ਗਿਆ। ਉਦੋਂ ਉਸ ਔਰਤ ਨੇ ਮੈਨੂੰ ਕਿਹਾ ਕਿ ਤੁਸੀਂ ਜ਼ਿੰਦਗੀ 'ਚ ਚਾਹੇ ਜਿੰਨੇ ਮਰਜ਼ੀ ਵੱਡੇ ਇਨਸਾਨ ਬਣ ਜਾਓ, ਤੁਹਾਡੇ ਕੋਲ ਦੁਨੀਆ ਦੀ ਸਾਰੀ ਦੌਲਤ ਕਿਉਂ ਨਾ ਆ ਜਾਵੇ, ਫਿਰ ਵੀ ਤੁਹਾਨੂੰ ਸਧਾਰਨ ਜੀਵਨ ਜਿਉਣਾ ਚਾਹੀਦਾ ਹੈ ਅਤੇ ਦੂਸਰਿਆਂ ਦੇ ਨਾਲ ਚੰਗਾ ਵਰਤਾਵ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।